ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੁਖ ਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਈਐ, ਸਭਨਾ ਦਾ ਵੇਸਾ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪਹਿਲਾ। ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਰਾ। ਹੋ ਨਾਮ ਹਰਿ ਕਾ ਸਦਾ ਜਾਂਚੂ, ਦੇਹ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸਚ ਬਿਨਾ। ਗੁਰ ਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਨਾ। ਸਾਚ ਨ ਲਾਗੈ ਮੈਲ, ਕਿਆ ਮਲ ਧੋਈਐ। ਗੁਣ ਹਾਰ ਪੁਰੋਏ, ਕਿਸ ਕੋ ਰੋਈਐ। ਵਿਚਾਰ ਮਾਰੈ ਤਰੈ ਤਾਰੈ, ਉਲਟ ਜੋਣ ਨਾ ਆਵੇ। ਆਪ ਪਾਰਸ ਪਰਮ ਧਿਆਨੀ, ਸਾਚ ਸਾਚੇ ਭਾਵੇ। ਆਨੰਦ ਅਨ ਦਿਨ ਹਰਖ ਸਾਚਾ, ਦੁਖ ਕਿਲ ਵਿਕ ਪਰ ਹਰੇ।
सच नाम पाया गुर दिखाया, मैल नाही सच मने। संगत मीत मिलाप पूरा नावणो, गावे गावण हार शब्द सुहावणो। सलाहे साचे मन सतगुर, पुण्य दान दया मते। फिर संग भावै सहज नावै, बेणी तां संगम सत सते। आराध एक अंकार साचा, नित दे चढ़ै सवाया। गत संग मीता सत संगत, कर नदर मेल मिलाया। कहन कह सब कोय केवड़ आखियै, हऊँ मूर्ख नीच अजान समझा साखियै। सच गुर के साखी अमृत भाखी, तित मन मानिया मेरा। कूच करहे आवै बिखलादे, शब्द सचै गुर मेरा। आखण तोट न भगत भंडारी, भरपुर रहया सोई। नानक साच कह बेनंती, मन मांजै सच सोई। आखण तोट न भगत भंडारी, भरपुर रहया सोई। नानक साच कह बेनंती, मन मांजै सच सोई। वाहिगुरु जी का खालसा, वाहिगुरु जी की फतेह। परम सन्मानयोग सतगुरु चवर छतर तखत दे मालक हाजरा हजूर, जहरा जहूर शब्द गुरु, जुगों जुग अटल सतगुरु, धन श्री गुरु ग्रंथ साहिब महाराज सच्चे पातशाह जी की पावन पवित्र हजूरी अंदर जुड़ बैठे सतसंगी जनो, आप जी वड्डे भागां वाले हो। जो सत्कारयोग धन माता राजकौर जी दे पावन स्थान गुरुद्वारा मंजी साहिब विखे अमृत वेले दे दीवाना दियां हाजरियां भर रहे हो। नितनेम दियां बाणियां तो उपरंत आसा की वार शब्द कीर्तन दे नाल आप जी सांझ पा रहे सो। आओ रोजाना की तरह सतगुरु जी दे बख्शिश किते होए पावन हुक्म दे विचार दे नाल सांझ पाउण तो पहला असीस बख्शिश करो जी। रसना नूं करो पवित्र, जितने भी जुड़ बैठे हो लवाओ हाजरी आखो जी। वाहिगुरु जी का खालसा, वाहिगुरु जी की फतेह। तनासरे महला पहला, शंत एक ओंकार सतगुर प्रसाद। तीरथ नावण जाओ तीरथ नाम है। तनासरी राग दे विच धन गुरु नानक देव सच्चे पातशाह जी दे पावन बचन, अंग नंबर 687 ਅਤੇ 688 ਦੇ ਉੱਤੇ ਸੁਭਾਇਮਾਨ ਨੇ। ਇਹ ਪਾਵਨ ਸ਼ਬਦ ਸ਼ੰਤ ਰੂਪ ਵਿੱਚ ਹੈ ਔਰ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਿਪੂਰਨ ਪਰਮਾਤਮਾ ਦਾ ਮੰਗਲਾ ਚਰਨ ਹੈ, ਜਿਹੜਾ ਪਰਮੇਸ਼ਰ ਇੱਕ ਹੈ, ਜਿਹੜਾ ਅਦੁੱਤੀ ਹੈ ਔਰ ਉਹ ਜੋ ਓੰਕਾਰ ਕੇ ਸਰਬ ਵਿਆਪੀ ਹੈ। ਉਹ ਪਰਮੇਸ਼ਰ, ਉਹ ਰੱਬ ਅਕਾਲ ਪੁਰਖ ਵਾਹਿਗੁਰੂ सतगुर प्रसाद गुरु की कृपा नाल मिलता है। तीरथ नावण जाओ तीरथ नाम है।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਹੁਕਮ ਰਾਹੀਂ ਜੋ ਸਾਨੂੰ ਉਪਦੇਸ਼ ਦੇ ਕੇ ਸਮਝਾਉਣਾ ਕੀਤਾ ਹੈ ਕਿ ਭਾਈ ਮੈਂ ਤੀਰਥ 'ਤੇ ਨਹਾਉਣ ਵਾਸਤੇ ਚੱਲਿਆ ਹਾਂ। ਤੀਰਥ ਨਾਵਣ ਜਾਉ, ਜਾਉ ਦਾ ਅਰਥ ਹੈ ਕਿ ਮੈਂ ਚੱਲਿਆ ਹਾਂ। ਤੀਰਥ ਨਾਮ ਹੈ ਔਰ ਕਿਹੜੇ ਤੀਰਥ ਜਾਣਾ ਹੈ ਭੁਲੇਖਾ ਵੀ ਨਾ ਪਵੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਨਾਮ ਹੀ ਤੀਰਥ ਹੈ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਹੁਣ ਨਾਮ ਹੀ ਤੀਰਥ ਹੈ ਤੇ ਤੀਰਥ ਨਹਾਉਣ ਵਾਸਤੇ ਚੱਲਿਆ। ਔਰ ਸਭ ਤੋਂ ਪਹਿਲੋਂ ਬੇਨਤੀ ਕਰਦੇ ਤੀਰਥ ਹੈ ਕੀ। ਦੇਖੋ ਸਾਨੂੰ ਇੰਨੇ ਸਾਲ ਹੋ ਗਏ ਗੁਰੂ ਦੀ ਬਾਣੀ ਨੂੰ ਸੁਣਦਿਆਂ, ਪੜ੍ਹਦਿਆਂ, ਵਿਚਾਰਾ ਕਰਦਿਆਂ, ਕਰਉਂਦਿਆਂ, ਪਰ ਸਾਡੇ ਮਨਾਂ ਦੇ ਵਿੱਚ ਪਤਾ ਨਹੀਂ ਕਿਸੇ ਨੇ ਕਿਸ ਤਰ੍ਹਾਂ ਘੂਟ ਕੇ ਪਾ ਦਿੱਤਾ ਕਿ ਤੀਰਥ, ਰੌਲਾ ਹੀ ਸਾਰਾ ਤੀਰਥ ਦਾ ਹੈ। ਔਰ ਭਾਵੇਂ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਵੀ ਨੇ, ਸਾਡੇ ਵਰਗੇ ਲੋਕਾਂ ਨੂੰ ਵੇਖ ਕੇ ਕਹੇ ਸਨ ਕਿ ਰੱਬਾ ਪਤਾ ਨਹੀਂ, ਸਮਝ ਨਹੀਂ ਲੱਗਦੀ ਕਿ ਤੀਰਥ ਵੱਡਾ ਹੈ ਜਾਂ ਤੇਰੇ ਨਾਮ ਜਪਣ ਵਾਲੇ ਤੇਰੇ ਦਾਸ ਵੱਡੇ ਨੇ। ਤੇ ਜੇ ਤੈਨੂੰ ਆਪਣੇ ਸੇਵਕ ਇਸ ਕਬੀਰ ਦੇ ਨਾਲ ਕੋਈ ਮਾੜਾ ਮੋਟਾ ਕੰਮ ਹੈ ਨਾ, ਫਿਰ ਮੇਰੇ ਮਨ ਦੇ ਅੰਦਰ ਦੇ ਇਹ ਸਾਰੇ ਝਗੜੇ ਖਤਮ ਕਰ। ਉੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਝਗੜਾ ਏਕ ਨਬੇਰੂ ਰਾਮ, ਜੋ ਤੁਮ ਆਪਣੇ ਜਨ ਸਿਉ ਕਾਮ। ਜੇ ਤੈਨੂੰ ਇਸ ਸੇਵਕ ਨਾਲ ਕੋਈ ਕੰਮ ਹੈ ਤੇ ਫਿਰ ਝਗੜਾ ਨਿਬੇੜ। ਔਰ ਝਗੜਾ ਹੀ ਇਹ ਸੀ ਕਿ ਤੀਰਥ ਵੱਡਾ ਕਿ ਹਰ ਕਾ ਦਾਸ। ਵੱਡਾ ਤੀਰਥ ਹੈ ਜਾਂ ਹਰੀ ਪਰਮੇਸ਼ਰ ਦਾ, ਰੱਬ ਦਾ ਜਪਣ ਵਾਲਾ ਜਿਹੜਾ ਤੇਰਾ ਦਾਸ ਹੈ ਉਹ ਵੱਡਾ ਹੈ। ਹੁਣ ਤੀਰਥ ਹੈ ਕੀ। ਤੀਰਥ ਦਾ ਸਾਨੂੰ ਤੇ ਅਖਰੀ ਅਰਥ ਹੀ ਨਹੀਂ ਸਮਝ ਲੱਗਿਆ ਤੀਰਥ ਹੈ ਕੀ। ਦੇਖੋ ਤੀਰਥ ਕੋਈ ਗੰਗਾ, ਕੋਈ ਜਮਨਾ, ਕੋਈ ਸਰਸਵਤੀ, ਕੋਈ ਸਰੋਵਰ, ਕੋਈ ਟਿਕਾਣਾ ਤੀਰਥ ਨਹੀਂ। ਇਹ ਜਿਹੜੇ ਮੰਨਦੇ ਨੇ ਬੇਸ਼ੱਕ ਮੰਨਣ, ਪਰ ਗੁਰੂ ਦੀ ਬਾਣੀ ਤੋਂ ਪੁੱਛੀਏ ਇਹ ਤੀਰਥ ਨਹੀਂ। ਤੀਰਥ ਦਾ ਜਿਹੜਾ ਅਖਰੀ ਅਰਥ ਨਾ ਉਹ ਹੈ ਪਵਿੱਤਰਤਾ। ਤੀਰਥ ਦਾ ਅਖਰੀ ਅਰਥ ਪਾਣੀ ਨਹੀਂ, ਕੋਈ ਨਦੀ ਨਹੀਂ, ਕੋਈ ਸਰੋਵਰ ਨਹੀਂ। ਤੀਰਥ ਦਾ ਭਾਵ ਅਰਥ ਹੈ ਕਿ ਅੰਦਰ ਦੀ ਜਿਹੜੀ ਪਵਿੱਤਰਤਾ ਹੈ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਪਵਿੱਤਰਤਾ ਕੇਵਲ ਤੇਰੇ ਨਾਮ ਵਿੱਚ ਹੈ। ਕਿ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੇ ਇਹ ਅੰਦਰ ਜਿਹੜਾ ਨਾਮ ਜਿਹੜਾ ਪਵਿੱਤਰ ਹੈ, ਇਹਨੂੰ ਤੀਰਥ ਕਿਹਾ ਗਿਆ ਹੈ। ਤੇ ਹੋਰ ਤੀਰਥ ਕਿਹਨੂੰ ਕਿਹਾ ਹੈ, ਕਿਉਂਕਿ ਤੀਰਥ ਦਾ ਮਤਲਬ ਵੀ ਪਵਿੱਤਰਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਤੀਰਥ ਸ਼ਬਦ ਵਿਚਾਰ, ਕਿਉਂਕਿ ਸ਼ਬਦ ਦੇ ਵਿਚਾਰ ਕਰਕੇ ਅੰਦਰ ਤੀਰਥ ਆਏਗਾ। ਸ਼ਬਦ ਦੇ ਵਿਚਾਰ ਕਰਕੇ ਅੰਦਰ ਪਵਿੱਤਰਤਾ ਆਏਗੀ, ਔਰ ਜਿੱਥੇ ਪਵਿੱਤਰਤਾ ਹੈ ਉੱਥੇ ਤੀਰਥ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਸ਼ਬਦ ਦੇ ਵਿਚਾਰ ਕਰਕੇ ਅੰਦਰ ਤੀਰਥ, ਅੰਦਰੋਂ ਗਿਆਨ ਆ ਜੇ, ਅੰਦਰੋਂ ਪਵਿੱਤਰਤਾ ਆ ਜਾਏ, ਬਸ ਉਹ ਗਿਆਨ ਦੇ ਨਾਲ ਆਉਣੀ ਔਰ ਸ਼ਬਦ ਦੇ ਗਿਆਨ ਨਾਲ ਆਉਣੀ ਹੈ। ਹੁਣ ਸਤਿਗੁਰੂ ਜੀ ਨੇ ਜਿੱਥੇ ਕਿਰਪਾ ਕੀਤੀ, ਬਾਬਾ ਕਬੀਰ ਜੀ, ਉਹਨਾਂ ਨੇ ਤੇ ਤੀਰਥ ਦੇ ਬਾਰੇ ਬੜੇ ਖੁੱਲ੍ਹ ਕੇ ਬਚਨ ਕਹੇ ਨੇ। ਔਰ ਸਾਨੂੰ ਸਮਝਾਉਂਦੇ ਨੇ ਕਿ ਗੁਰੂ ਕੇ ਸਿੱਖੋ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜਨੋ, ਦੇਖੋ ਜੇ ਤੀਰਥ ਤੇ ਨਹਾਉਣਾ ਹੈ ਤੇ ਨਹਾਉਣਾ ਮਾੜਾ ਨਹੀਂ, ਪਰ ਘੱਟੋ ਘੱਟ ਸਮਝ ਤੇ ਲੱਗੇ ਤੀਰਥ ਹੈ ਕਿਹੜਾ। ਇਹਨਾਂ ਕੋ ਗਿਆਨ ਤੋਂ ਹੋਵੇ ਕਿਹੜੇ ਤੀਰਥ ਤੇ ਨਹਾਉਣਾ ਹੈ। ਤੇ ਬਾਬਾ ਕਬੀਰ ਜੀ ਨੂੰ ਜੇ ਪੁੱਛੇ ਫਿਰ ਕਿਹੜੇ ਤੀਰਥ ਤੇ ਨਹਾਉਣਾ ਚਾਹੀਦਾ ਹੈ, ਤੇ ਉਹਨਾਂ ਦਾ ਪਾਵਨ ਬਚਨ ਹੈ। ਹੋਰ ਇੱਕੋ ਪੰਕਤੀ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ। ਵੈਸੇ ਸਾਰਾ ਸ਼ਬਦ ਹੈ, ਉਦਾਹਰਨਾਂ ਦਿੱਤੀਆਂ ਨੇ, ਪਰ ਇੱਕੋ ਪੰਕਤੀ ਦੇ ਵਿੱਚ ਕੰਮ ਨਿਬੇੜਦੇ ਨੇ। ਕਹਿੰਦੇ ਨੇ ਪੂਜੋ ਰਾਮ ਏਕ ਹੀ ਦੇਵਾ। ਜਿਹੜਾ ਇੱਕੋ ਹੀ ਹੈ, ਉਸ ਗੁਰਦੇਵ ਨੂੰ, ਉਸ ਦੇਵ ਨੂੰ, ਉਸ ਰਾਮ ਨੂੰ ਪੂਜੋ।
पर पूजा के अर्थ भी फिर असी अपने हिसाब नाल कट ले कि शायद मत्था टेकना पूजा है, कि शायद परिक्रमा करनी पूजा ने। खैर गल तीर्थ की है। बाबा कबीर जी कहते हैं जे तुसी तीर्थ से नहाउणा तो इक्को काम करो, उस सच्चे नूं पूजो। तो पूजन का भाव है हर वेले चेते रखो। तो जो वो चेते रहेगा माड़ा कर्म होना नहीं, जो माड़ा कर्म होएगा नहीं असल में चंगे कीते हुए कर्म ही पूजा है। पूजो राम एक ही देवा साचा नहावण। हुण इत्थे शब्द वरत्या साचा नहावण, इहदा मतलब झूठा नहाउणा भी है ना। देखो ये झूठा नहाउणा कह लिए कि बाहरों पानी दे नाल नहाउणा ये शरीर की तन की मैल जरूर दूर करता है। सच्चा नहाउणा वो है जिंदे नाल अंदर की भी मैल दूर होवे। कहते साचा नहावण ते की है सच्चा नहाउणा? गुर की सेवा, गुरु की सेवा, गुरु का सिमरन, असल में ये सच्चा नहाउणा है। और सतगुरु जी ने पावन वचन बिल्कुल पूरी तरह स्पष्ट कहे ने, पर क्योंकि बाणी कदे पढ़ी नहीं, कदे सुनी नहीं, जे पढ़ भी लई सुन भी लई विचारी नहीं, तो जे विचार कर भी लई वो विचार सिर्फ एक अद्धे मिनट लिए टिकदी है। वो सरोवरां नूं वेख के, वो वड्डियां वड्डियां थावां नूं वेख के फिर तीर्थ चेते आउंदा कि तीर्थ ते इशनान करन जाना है। सतगुरु जी कहते हैं भाई देख कि पानी चित न धोपई, ये पानी नाल तन ते धोता जाएगा, तन की मैल तो दूर होएगी, पर इस बाहर दे पानी नाल चित नहीं धोपिया जाना, ये सुच्चा नहीं होना, ये निर्मल नहीं होना। और गुरु साहिब जी कहते हैं पानी चित ना धोपई मुख पीता तिख जाए। हुणे पंक्ति तो असीं बड़ी बारी पढ़ी सुनी होगी, पर नहीं जे असीं सरोवर के पानी नूं पानी कह दईए तो फिर इन्ना को पिटना रोना पै जाता कि लो जी जल नूं पानी कह दिता। साडी मत पता नहीं कित्थे गई। ये तो प्राइवेट शब्द ने ना जी, जल कह लिए, पानी कह लिए, पे कह लिए। हुण ऐ ते सरोवर दे विच जिहड़ा तरल पदार्थ है सारे उनके नाम ने ना, पर गुरु साहिब जी कहते हैं उन्होंने तुसीं पानी कह लो, जल कह लो, वो मुख दे नाल पीवोगे, अंदर दी तिख जाए, त्रेत अंदर खत्म हो जाएगी, प्यास खत्म होएगी। पर उस पानी दे विच नहा के पानी चित ना धोपी, गुरु साहिब ने शब्द इत्थे पानी वरत्या है, और बहुतियां थावां ते जल शब्द वरत्या है। पानी जल विच फर्क नहीं, फर्क सिर्फ साडी समझनी ते सोचनी विच है। हुण गुरु साहिब जी कहते हैं पानी मुख नाल पीओगे प्यास जाएगी, पानी नाल चित नहीं धोता जाना, तन ते धोता जाएगा। और भाई साहब भाई गुरदास जी ने पावन बचन कहे ने, क्योंकि असीं जदों इन्हां भुलेखिਆਂ 'ਚ पै गए ना, कोई तीर्थ है कोई खास थां ते उहनूं जाली कहीए तो तां ही गल बनेगी। तो भाई गुरदास जी कहते हैं सतगुर तीर्थ छड्ड के 68 तीर्थ नहावण जाई, कि भाई सतगुरु तीर्थ नूं छड्ड के तू 68 तीर्थां ते तुरिया फिरना है। पर इन्हां तीर्थां ते नहाउण वाले नूं, टुब्बियां नहाउण वाले नूं भाई साहब जी कहते हैं है बगले की समाधि तरह। बगला तीर्थां ते समाधि ला के बैठदा है पानी के कंढे ते, कि कोई डड्डी आवे मच्छी आवे उन्होंने घुट के फड़दा मार के खा जाना। और बिल्कुल उस बगले की समाधि वाला काम है कि तीर्थां ते गए, टुब्बे लाई, नहाए, तो कह दिता लो जी पाप लै गए। जेड़े कि तीर्थां ते बैठे उन्हें भी कह दिता लो जी तुहाडे पिछले उतर गए। और बंदा फिर बेफिक्र होकर होर करदा कि हुण 1 साल पर होर कर लिए फिर वेखी जाएगी। नहीं, सतगुरु धन गुरु ग्रंथ साहिब ने जिथे कृपा की, भाई साहब जी समझाते हैं कि सतगुर तीर्थ छड्ड के 68 तीर्थ नहावण जाही, बगल समाध लगाएंदा ज्यों जल जनता कुट कुट खाही,
बगला जनता नूं घुट-घुट खांदा, तू अपने आप नूं खा रहा। धोखा किहनूं दे रहा? अपने आप नूं। और सतगुरु जी कहते ने इवें दे नहाउण वालिआं नूं संबोधन करके कहते ने कि नहावण चले तीरथे, उत्थे जाके होएगा की? मन खोटा तन चोर, मन दे अंदर निरे खोट है, निरा अंदर चोर है, अंदरों चोर है, तो बाहरों नहा के तू साफ थोड़ी बन जाना है। गुरु साहब जी कहते हैं भरिया मत पापां कै संग, वह धोपै नावै के रंग, बाहरों नहा के तन साफ होएगा, पर मन जिहड़ा है वो गुरु दे नाम नाल, गुरु दी बाणी नाल निर्मल होना, अंदरों धोता जाएगा। सतगुरु जी ने पावन बचन कहन लगे, नहावन चले तीरथे, मन खोटे तन चोर। ते तीर्थां ते जाके होएगा की? जिन्होंने लोग तीर्थ समझते हैं, गुरु की बाणी ने स्पष्ट किया है कि तीर्थ कोई पानी का कंडा नहीं, पानी नाल भरी हुई कोई नदी नहीं, कोई सरोवर नहीं। तीर्थ सिर्फ पवित्रता है, और वो पवित्रता गुरु के शब्द विचों है, वो पवित्रता गुरु के नाम दे विच है, होर कितों लभणी नहीं। नहावन चले तीरथे, मन खोटे तन चोर, एक पा लाथे नहातिया, दोए पा चढ़िए सो होर। कहते जिन्हों तीर्थ बंदे ने समझ लिया उत्थे नहा के हो सकता है। एक पा लाथी, एक तो पा जिहड़ा है बाहर दे तन का वो मैल ते ले जाएगी, पर दोए पा चढ़िए सो होर, दूजी मैल होर जरूर चढ़ेगी। वो किहड़ी? मैं वाली, कि मैं तीर्थ इशनानी, मैं गया सा, मैं नहा के आया, मेरे तो पाप खत्म हो गए। ये मैं वाली होमे वाली मैल दूजी जरूर चढ़ेगी। उतरनी तन दी है पर चढ़ेगी मन। हुण सतगुरु जी ने कृपा की, उत्थे नहाउण चले कि नहावण चले तीरथे, मन खोटे तन चोर, एक पा लाथे नहातिया, दोए पा चढ़िया सो होर। फिर कहते बहुर कमावै होए निसंग, बेफिक्र हो जाते हैं ना कि हुण नहा लिया पाप उतर गए। पर सतगुरु जी कहते हैं चेते रखी, जमपुर बांध खरे कलंक। उन्हें तेनों बन के खड़ लेना है, उन्हें बन के खड़ना है, ले जाना है। फिर किहड़े तीर्थ ते नहाइए? बाबा कबीर जी कहते हैं मुकदी गल ये है कि जिन्होंने तीर्थ तू समझ लिया ना, इन्हां ते नहा के ना तो मुक्ति मिलनी है, इन्हां ते नहा के ना ही अंदर ने पवित्र होना है। और मुक्ति मिलनी उदों है जदों अंदर पवित्र हो जाए, अंदर निर्मल हो जाए। क्योंकि सानू ना तीर्थ की समझ लगी तो ना ही मुक्ति की समझ लगी। मुक्ति सानू समझाया गया कि मरण तो बाद मिलती है, पर मेरे सतगुरु जी ने बाणी ने समझाया कि नहीं भाई, मरण तो बाद वाली मुक्ति सानू चाहिए ही नहीं। गुरु ने तो सानू जिउंदे मुक्त करना है। और बाबा कबीर जी का पावन बचन है, कहते अंतर मैल जे तीर्थ नहावै, तिस बैकुंठ ना जाना। लोगों ने मनौत बनाई सी, कोई त्रिवेणी ते आवे, प्रयागराज आवे, इत्थे आके फलाने दिन इशनान करे, खास दिन ते इशनान करे, वो स्वर्गां नूं जाएगा। पर बाबा कबीर जी उत्थे गारंटी देंदे ने कि मैं लिख के देना भी जिथे मर्जी नालों कोई स्वर्गां नूं नहीं जाएगा। क्योंकि अंतर ते मैल है। अंतर मैल जे तीर्थ नहावै, तिस बैकुंठ न जाना। हाँ, बाबा कबीर जी कहते हैं तीर्थां ते नहा के एक काम तो हो सकता है, वो किहड़ा जी? नाल ते खुश हो जाएंगे, वेखण वाले जानने वाले लोग खुश हो जाएंगे, पहरावा वेख के बहुत खुश होंदे ने कि बड़ा धर्मी है। पर बाबा कबीर जी कहते हैं भलिया तू धोखा किनू देना है कि लोग खुश हो जाएंगे, बेशक होणगे, पर इहदे नाल रब ने तो खुश नहीं ना होना। लोक पतीणा कछु ना होवै, नहीं राम ए आना। ये आना न्याणा थोड़ी है। हुण देखो न्याणे दे उदाहरण क्यों दित्ती, आप जी सारे जानते हो। न्याणा छोटा होवे
ਉਹ ਫਿਰ ਗੱਡੀਆਂ ਵੱਲ ਵੇਖਦਾ, ਹੱਥ ਕਰਦਾ, ਕੋਈ ਕਾਰ, ਕੋਈ ਗੱਡੀ, ਕੋਈ ਜਹਾਜ਼, ਕੋਈ ਟਰੈਕਟਰ, ਕਿ ਮੈਂ ਵੀ ਲੈਣਾ ਹੈ। ਤੇ ਫਿਰ ਆਪਾਂ ਕਰਨੇ ਕੀ ਜੀ? 10 ਰੁਪਏ ਵਾਲਾ, 20, 50, 100 ਰੁਪਏ ਵਾਲਾ ਉਹਨੂੰ ਜਹਾਜ਼ ਲੈ ਕੇ ਦੇ ਦਿੰਦੇ ਆ, ਕਾਰ ਲੈ ਕੇ ਦੇ ਦਿੱਤੀ, 200 ਦਾ ਟਰੈਕਟਰ ਲੈ ਕੇ ਦੇ ਦਿੱਤਾ। ਬੱਚਾ ਮੋਬਾਈਲ ਵੇਖਦਾ ਕਿ ਮੈਂ ਵੀ ਲੈਣਾ ਹੈ, 10-20 ਰੁਪਏ ਵਾਲਾ ਲੈ ਕੇ ਦਿੱਤਾ, ਉਹ ਭੱਜਦਾ ਫਿਰਦਾ, ਦੇਖੋ ਮੇਰੇ ਕੋਲ ਵੀ ਮੋਬਾਈਲ ਹੈ। ਕਿਉਂਕਿ ਇਹ ਆਣਾ ਹੈ ਨਾ, ਉਹਨੂੰ ਸਮਝ ਨਹੀਂ। ਪਰ ਨਿਆਣਾ ਵੀ ਉਦੋਂ ਤੱਕ ਜਦੋਂ ਤੱਕ ਸਮਝ ਨਹੀਂ। ਉਹ ਜਦੋਂ 12 ਕੁ ਸਾਲ ਦਾ ਹੋ ਜਾਏਗਾ ਨਾ, 10-12 ਸਾਲ ਦਾ, ਮੋਬਾਈਲ ਫਿਰ ਫੜਾਓ 20 ਰੁਪਏ ਵਾਲਾ, ਉਹਨੇ ਵਗਾ ਕੇ ਮਾਰਨਾ ਕਿ ਮੈਨੂੰ ਤਾਂ ਆਈਫੋਨ ਚਾਹੀਦਾ ਹੈ। ਜਿਹੜੇ ਫੋਨ ਦਾ ਸਾਨੂੰ ਨਾਮ ਨਹੀਂ ਪਤਾ, ਉਹ ਦੱਸੇਗਾ ਕਿ ਫੋਨ ਚਾਹੀਦਾ ਹੈ। ਔਰ ਬਾਬਾ ਕਬੀਰ ਜੀ ਕਹਿੰਦੇ ਨੇ ਕਮਾਲ ਦੀ ਗੱਲ, ਇੱਥੇ ਤੇ ਨਿਆਣੇ ਜਿਹੜੇ ਨੇ 2-4 ਸਾਲ ਬਾਅਦ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ। ਤੇ ਤੂੰ ਸਮਝਣਾ ਕਿ ਰੱਬ ਨੇ ਨਿਆਣਾ ਹੈ, ਇਹ ਆਣਾ ਹੈ ਕਿ ਜਿਹੜਾ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੂੰ ਉਹਨੂੰ ਨਿਆਣਾ ਸਮਝ ਕੇ ਟੁੱਬੀ ਲਾਈ ਜਾਂਦਾ ਹੈ। ਨਹੀਂ, ਬਾਬਾ ਕਬੀਰ ਜੀ ਕਹਿੰਦੇ ਨੇ ਲੋਕ ਪਤੀਣੇ ਕਛੂ ਨਾ ਹੋਵੇ, ਨਹੀਂ ਰਾਮ ਇਹ ਆਣਾ। ਉਹ ਫਿਰ ਨਾਲ ਉਦਾਹਰਣ ਦਿੰਦੇ ਨੇ, ਕਿਉਂਕਿ ਬ੍ਰਾਹਮਣ ਨੇ ਕਿਹਾ ਸੀ ਨਾ ਕਿ ਪ੍ਰਯਾਗਰਾਜ ਆ ਕੇ ਕੋਈ ਫਲਾਣੇ ਦਿਨ ਇਸ਼ਨਾਨ ਕਰੇਗਾ, ਮੁਕਤ ਹੋ ਜਾਏਗਾ। ਗੰਗਾ ਤੇ ਆ ਕੇ ਕੋਈ 10 ਪੁਰਬ ਵਾਲੇ ਦਿਨ ਆ ਕੇ ਇੱਥੇ ਇਸ਼ਨਾਨ ਕਰੇਗਾ ਤੇ ਪੱਕਾ ਮੁਕਤ ਹੋਏਗਾ। ਔਰ ਬਾਬਾ ਕਬੀਰ ਜੀ ਨੇ ਉਸੇ ਗੰਗਾ ਦੇ ਵਿੱਚੋਂ ਇੱਕ ਡੱਡੂ ਫੜ ਕੇ ਪੰਡਤ ਦੇ ਹੱਥ 'ਤੇ ਰੱਖਿਆ ਸੀ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਵਾਲਿਆ, ਇਹ ਦੱਸ ਕੇ ਤੇ ਰਹਿੰਦੇ ਡੱਡੂ ਤੇ ਰਹਿੰਦੇ ਪਾਣੀ ਦੇ ਵਿੱਚ ਹੈ। ਅਸੀਂ ਤਾਂ ਪਾਣੀ ਦੇ ਵਿੱਚ ਟੁੱਬੀ ਲਾ ਕੇ ਲੋਕ ਤੇ ਫਿਰ ਵੀ ਨਿਕਲ ਜਾਂਦੇ ਨੇ, ਬਾਹਰ ਆ ਜਾਂਦੇ ਨੇ, ਪਰ ਇਹ ਤੇ ਰਹਿੰਦੇ ਪਾਣੀ ਦੇ ਵਿੱਚ, ਇਹਦਾ ਖਾਨਦਾਨ ਤੇ ਮੁਕਤ ਹੋਇਆ ਹੀ ਨਹੀਂ। ਇਹ ਡੱਡੂ ਤੇ ਮੁਕਤ ਹੋ ਜਾਣਾ ਚਾਹੀਦਾ ਸੀ। ਤੇ ਜੇ ਗੁਰੂ ਕੇ ਸਿੱਖੋ ਇਹ ਗੱਲ ਸਮਝੋ, ਜੇ ਡੱਡੂ ਮੁਕਤ ਨਹੀਂ ਹੋਇਆ ਤੇ ਤੂੰ ਉੱਥੇ ਨਹਾ ਕੇ ਮੁਕਤ ਥੋੜ੍ਹੀ ਹੋ ਜਾਣਾ ਹੈ। ਔਰ ਬਾਬਾ ਕਬੀਰ ਜੀ ਦੇ ਪਾਵਨ ਬਚਨ ਨੇ, ਕਹਿੰਦੇ ਜਲ ਕੇ ਮੱਜਣ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ। ਪਰ ਇਹ ਗੱਲ ਜਦੋਂ ਕਹਿ ਦਿੱਤੀ ਜਾਵੇ ਫਿਰ ਅੱਗ ਲੱਗ ਜਾਂਦੀ ਹੈ ਜੀ। ਸਾਨੂੰ ਕਹਿ ਦਿੱਤਾ, ਸਾਨੂੰ ਡੱਡੂ ਦੇ ਨਾਲ ਤੁਲਨਾ ਦੇ ਦਿੱਤੀ। ਔਰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਹੁਤ ਹੀ ਪ੍ਰਮਾਣ ਦਿੱਤੇ ਨੇ, ਬੜੀਆਂ ਥਾਵਾਂ 'ਤੇ ਸਮਝਾਇਆ ਹੈ ਕਿ ਫਿਰ ਡੱਡੂ ਵਿੱਚ ਤੇਰੇ ਵਿੱਚ ਫਰਕ ਨਹੀਂ, ਜੇ ਬਿਨਾਂ ਸਮਝ ਤੋਂ ਇਵੇਂ ਜਾ ਕੇ ਥਾਂ ਥਾਂ 'ਤੇ ਤੂੰ ਟੁੱਬੀਆਂ ਲਾਏ ਤੇ ਲਾਈ ਜਾ। ਕਹਿੰਦੇ ਜਲ ਕੇ ਮੱਜਣ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੂਨੀ ਆਵੈ। ਹੁਣ ਬਾਬਾ ਕਬੀਰ ਜੀ ਨੇ ਉੱਥੇ ਬਨਾਰਸ ਦੀ ਧਰਤੀ 'ਤੇ ਉਹਨਾਂ ਦਾ ਜਨਮ ਹੈ। ਔਰ ਬਨਾਰਸ ਦੇ ਉਹ ਬ੍ਰਾਹਮਣ ਉਸ ਵੇਲੇ ਉਹਨਾਂ ਦੇ ਵਿੱਚ ਮਨੌਤ ਸੀ। ਔਰ ਦੇਖੋ ਆਪਣੇ ਕੋਲੋਂ ਨਹੀਂ, ਇਹ ਜਿਹੜੇ ਹਿੰਦੂ ਵੇਰ ਉਹਨਾਂ ਗ੍ਰੰਥਾਂ ਨੂੰ ਪੜ੍ਹਨਾ ਜਾਣਦੇ ਨੇ, ਪੁੱਛੋ ਉਹਨਾਂ ਕਹਿਣਾ ਬਿਲਕੁਲ ਲਿਖਿਆ ਹੋਇਆ ਹੈ। ਉਹਨਾਂ ਗ੍ਰੰਥਾਂ 'ਚ ਅੱਜ ਵੀ ਲਿਖਿਆ ਹੋਇਆ ਹੈ ਕਿ ਬਨਾਰਸ ਦੀ ਧਰਤੀ ਬੜੀ ਪਵਿੱਤਰ ਹੈ। ਭਾਵੇਂ ਕੋਈ ਸਾਰੀ ਜ਼ਿੰਦਗੀ ਜਿੰਨੇ ਮਰਜ਼ੀ ਪਾਪ ਕਰੇ, ਬਨਾਰਸ ਦੀ ਧਰਤੀ 'ਤੇ ਮਰਨ ਵੇਲੇ ਆ ਜੇ ਨਾ, ਜੇ ਮੌਤ ਬਨਾਰਸ ਦੀ ਧਰਤੀ 'ਤੇ ਹੋ ਜਾਏ, ਜਾਂਦਾ ਸਵਰਗਾਂ ਨੂੰ ਹੈ। ਔਰ ਇਹਦੇ ਨਾਲ ਹੀ ਇੱਕ ਦੂਸਰੀ ਧਰਤੀ ਉਹਨਾਂ ਨੇ ਕੁਝ ਦੂਰੀ 'ਤੇ ਮਿਥੀ ਕਿ ਹੜੰਬਾ ਹੈ। ਉਸ ਹੜੰਬੇ ਦੀ ਧਰਤੀ ਨੂੰ ਉਹਨਾਂ ਨੇ ਮਨਹੂਸ ਕਿਹਾ, ਕਲੈਣੀ ਕਿਹਾ ਕਿ ਐਡੀ ਮਨਹੂਸ ਹੈ, ਭਾਵੇਂ ਸਾਰੀ ਉਮਰ ਕਿਸੇ ਨੇ ਬਹੁਤ ਪੁੰਨਦਾਨ ਕੀਤੇ ਹੋਣ, ਸਿਮਰਨ ਕੀਤਾ ਹੋਏ, ਬੰਦਗੀ ਕੀਤੇ ਹੋਏ, ਪਰ ਉਸ ਧਰਤੀ 'ਤੇ ਜਾ ਕੇ ਕੋਈ ਆਖਰੀ ਸਮੇਂ ਮਰ ਜਾਏ, ਉਹ ਨਰਕਾਂ ਨੂੰ ਜਾਂਦਾ ਹੈ। ਔਰ ਭਗਤ ਕਬੀਰ ਜੀ ਨੇ ਇਹ ਉਹਨਾਂ ਦੀ ਮਨੌਤ ਤੋੜੀ। ਸਾਰੀ ਜ਼ਿੰਦਗੀ 'ਤੇ ਰਹੇ ਬਨਾਰਸ, ਤੇ ਜਦੋਂ ਸਰੀਰ ਨੂੰ ਤਿਆਗਣਾ ਸੀ ਉਦੋਂ ਚੱਲ ਪਏ ਉੱਠ ਕੇ ਹੜੰਬੇ ਨੂੰ। ਔਰ ਉਹ ਬ੍ਰਾਹਮਣ ਜਿਹੜੇ ਨੇ ਬਾਬਾ ਕਬੀਰ ਜੀ 'ਤੇ ਹੱਸਦੇ ਵੀ ਨੇ ਤੇ ਹੱਸ ਕੇ ਕਹਿੰਦੇ ਨੇ ਕਿ ਸਾਰੀ ਉਮਰ ਤਾਂ ਸਾਡੇ ਤੋਂ ਪੁੱਠੇ ਚੱਲਿਆ, ਘੱਟੋ ਘੱਟ ਮਰ ਲੱਗੇ ਤੇ ਸਿੱਧਾ ਕਰ ਲੈ, ਕਿ ਹੁਣ ਉੱਠ ਕੇ ਬਨਾਰਸ ਤੋਂ ਤੂੰ ਚੱਲ ਪਿਆ ਹੜੰਬੇ ਦੀ ਧਰਤੀ ਨੂੰ। ਤੇ ਬਾਬਾ ਕਬੀਰ ਜੀ ਕਹਿੰਦੇ ਨਹੀਂ ਭਾਈ,
ਇੱਥੇ ਜਿਹੜਾ ਹੈ ਜੇ ਅੰਤਰ ਕਠੋਰ ਬੜਾ ਹੜੰਬ ਹੈ, ਅੰਦਰੋਂ ਜਿਹੜਾ ਕਠੋਰ ਹੈ ਮਰੈ ਬਨਾਰਸ, ਉਹ ਬਨਾਰਸ ਦੀ ਧਰਤੀ ਤੇ ਮਰੇ। ਤਾਂ ਬਾਬਾ ਕਬੀਰ ਜੀ ਕਹਿੰਦੇ ਨਰਕ ਨਾ ਬਾਂਚਿਆ ਜਾਈ, ਕਿ ਦੇਖਾਂਗੇ ਇਵੇਂ ਦੇ ਕਠੋਰ ਬੰਦੇ ਬਨਾਰਸ ਮਰ ਕੇ ਉਹਨਾਂ ਨੂੰ ਕਿਹੜਾ ਬਚਾਉਂਦਾ ਹੈ ਨਰਕਾਂ ਤੋਂ। ਔਰ ਨਾਲ ਹੀ ਕਹਿੰਦੇ ਹਰ ਕੇ ਦਾਸ ਮਰੈ ਹੜੰਬੈ, ਸਗਲੇ ਸੈਣ ਤਰਾਈ। ਪਰ ਜਿਹੜੇ ਹਰੀ ਪਰਮੇਸ਼ਰ ਨੂੰ ਜਪਣ ਵਾਲੇ ਨੇ, ਉਹਦੇ ਦਾਸ ਨੇ, ਉਹ ਹੜੰਬੇ ਦੀ ਧਰਤੀ ਤੇ ਵੀ ਮਰ ਜਾਣ ਨਾ, ਇਕੱਲੇ ਆਪ ਨਹੀਂ। ਸਗਲੇ ਸੈਣ ਤਰਾਈ, ਆਪਣੇ ਸਾਰੇ ਸਾਗ ਸੰਬੰਧੀ ਨਾਲ ਲੱਗਣ ਵਾਲੇ ਸਤਸੰਗੀਆਂ ਨੂੰ ਤਾਰ ਕੇ ਲੈ ਜਾਂਦੇ ਨੇ। ਹੁਣ ਅਸਲ ਵਿੱਚ ਸਤਿਗੁਰੂ ਜੀ ਨੇ ਅੱਜ ਸਮਝਾਇਆ ਹੈ ਕਿ ਤੀਰਥ ਜਿਹੜਾ ਹੈ ਉਹ ਕੋਈ ਪਾਣੀ ਨਹੀਂ, ਤੀਰਥ ਕੋਈ ਸਰੋਵਰ ਨਹੀਂ, ਕੋਈ ਨਦੀ ਨਹੀਂ। ਤੀਰਥ ਹੈ ਪਵਿੱਤਰਤਾ, ਤੇ ਉਹ ਪਵਿੱਤਰਤਾ ਹੈ ਗੁਰੂ ਦੇ ਪਰਮੇਸ਼ਰ ਦੇ ਨਾਮ ਵਿੱਚ। ਉਹ ਪਵਿੱਤਰਤਾ ਹੈ ਤੀਰਥ ਸ਼ਬਦ ਵਿਚਾਰ, ਉਹ ਪਵਿੱਤਰਤਾ, ਉਹ ਤੀਰਥ ਗੁਰੂ ਦੇ ਸ਼ਬਦ ਦੇ ਵਿਚਾਰ ਹੈ। ਤੇ ਉਹ ਪਵਿੱਤਰਤਾ ਅੰਦਰ ਆਏਗੀ, ਅੰਤਰ ਗਿਆਨ ਹੈ, ਜਦੋਂ ਇਹ ਗਿਆਨ ਅੰਦਰ ਟਿਕ ਜਾਏਗਾ। ਗੁਰ ਗਿਆਨ ਸਾਚਾ ਥਾਨ ਤੀਰਥ, ਗੁਰੂ ਸਾਹਿਬ ਜੀ ਫਿਰ ਦੁਹਰਾਉਂਦੇ ਨੇ ਕਿ ਗੁਰੂ ਕੇ ਸਿੱਖੋ, ਸਾਡੇ ਲਈ ਗੁਰੂ ਦਾ ਗਿਆਨ ਹੀ ਸੱਚਾ ਤੀਰਥ ਹੈ। ਸੱਚਾ ਦਾ ਅਰਥ ਜਿਹੜਾ ਸਦਾ ਟਿਕਿਆ ਰਹਿਣਾ ਹੈ। ਗੁਰੂ ਦੇ ਗਿਆਨ ਨਾਲ ਹੀ ਅੰਦਰ ਜਿਹੜੀ ਪਵਿੱਤਰਤਾ ਹੈ ਉਹ ਬਣੀ ਰਹਿਣੀ ਹੈ। ਗੁਰ ਗਿਆਨ ਸਾਚਾ ਤੀਰਥ, 10 ਪੁਰਬ ਸਦਾ ਦਸਹਰਾ। ਤੇ 10 ਪੁਰਬ ਜਿਹੜੇ ਕਹਿ ਲਈਏ ਕਿ ਕਈ ਸਾਰੇ ਪੁਰਬ ਇਕੱਠੇ ਇੱਕੋ ਦਿਨ ਆ ਜਾਣ। ਔਰ ਹਿੰਦੂ ਵੀਰਾਂ ਦੇ ਵਿੱਚ ਮਨੌਤ ਹੈ, ਇਵੇਂ ਦੇ ਤੀਰਥ ਆਉਂਦੇ ਨੇ ਕਿ ਕਈ ਤੀਰਥਾਂ 'ਤੇ ਨਹਾਉਣ ਦੇ ਨਾਲੋਂ ਇੱਕ ਦਿਨ ਇਹ ਜਿਹੜੇ ਇਕੱਠੇ 10 ਪੁਰਬ ਆਉਂਦੇ ਨੇ ਨਾ, ਕਹਿੰਦੇ ਇਸ ਦਿਨ ਉਹ ਜਿਹਨੂੰ ਬੇਣੀ ਕਿਹਾ ਗਿਆ ਹੈ, ਤ੍ਰਿਬੇਣੀ, ਉੱਥੇ ਜਾ ਕੇ ਨਹਾ ਲਈਏ ਤੇ ਫਲ ਬੜਾ ਮਿਲਦਾ ਹੈ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਸਾਡੇ ਲਈ ਗੁਰੂ ਦਾ ਗਿਆਨ ਹੀ 10 ਪੁਰਬ, ਔਰ ਸਦਾ ਹੀ ਇਹ ਦਸਹਰਾ ਸਦਾ ਹੀ ਹੈ, ਕਦੇ ਸਾਲ ਬਾਅਦ ਨਹੀਂ ਆਉਂਦਾ, ਇਹ ਹਰ ਰੋਜ਼ ਹੀ ਹੈ, ਸਦਾ ਹੀ ਹੈ। ਹੁਣ ਨਾਮ ਹਰ ਕਾ ਸਦਾ ਜਾਂਚੂ, ਦੇਹੁ ਪ੍ਰਭ ਧਰਣੀ ਧਰਾ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਜੇ ਤੀਰਥ ਨਾਮ ਪਰਮੇਸ਼ਰ ਦਾ ਹੈ ਤੇ ਮੈਂ ਇਹ ਨਾਮ ਸਦਾ ਹੀ ਜਾਂਚੂ ਤੇਰੇ ਤੋਂ ਮੰਗਣਾ ਹਾਂ। ਦੇਹੁ ਧਰਣੀ ਧਰਾ, ਧਰਤੀ ਦੇ ਆਸਰੇ, ਧਰਤੀ ਦੇ ਮਾਲਕ ਸਤਿਗੁਰੂ ਜੀ ਕਿਰਪਾ ਕਰੋ, ਇਹ ਨਾਮ ਦਿਓ। ਸੰਸਾਰ ਰੋਗੇ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਸਾਰਾ ਸੰਸਾਰ ਰੋਗੀ ਹੋਇਆ ਪਿਆ, ਹਉਮੈ ਦੇ ਰੋਗ ਨੂੰ ਸਭ ਨੂੰ ਖਾ ਲਿਆ ਹੈ। ਇਸ ਹਉਮੈ ਦੇ ਰੋਗ ਨੇ ਸਭ ਨੂੰ ਨਿਗਲ ਲਿਆ ਹੈ। ਸੰਸਾਰ ਰੋਗੇ, ਪਰ ਇਹਦੀ ਦਵਾਈ ਹੈ, ਤੇ ਦਵਾਈ ਹੈ ਨਾਮ ਦਾਰੂ। ਗੁਰੂ ਦਾ ਨਾਮ ਉਹ ਦਵਾਈ ਹੈ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਸਰਬ ਰੋਗ ਕਾ ਔਖਦ ਨਾਮ। ਸਾਰੇ ਰੋਗਾਂ ਦੇ ਇੱਕੋ ਹੀ ਦਾਰੂ ਹੈ, ਇੱਕੋ ਹੀ ਦਵਾਈ ਹੈ, ਉਹ ਰੱਬ ਦਾ ਪਰਮੇਸ਼ਰ ਦਾ ਨਾਮ। ਔਰ ਨਾਲ ਫਿਰ ਸਪਸ਼ਟ ਕਰਦੇ ਨੇ, ਕਹਿੰਦੇ ਮੈਲ ਲਾਗੈ ਸੱਚ ਬਿਨਾ। ਜੇ ਅੰਦਰ ਸੱਚ ਨਹੀਂ ਤੇ ਬਾਹਰਲੇ ਕੀਤੇ ਹੋਏ ਕਰਮ ਕਾਂਡ, ਕੀਤੇ ਹੋਏ ਸਾਰੇ ਕਰਮ, ਉਹਨਾਂ ਦੇ ਨਾਲ ਮੈਲ ਲੱਗੇਗੀ। ਉਹ ਕਰਮ ਭਾਵੇਂ ਧਰਮ ਦੇ ਵੀ ਹੋਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਹੈ ਨਾ ਜੀ ਕਿ ਤੀਰਥ ਵਰਤ ਅਰ ਦਾਨ ਕਰ। ਹੁਣ ਇਹ ਸਾਰੇ ਕਰਮ ਮਾੜੇ ਤੇ ਨਹੀਂ, ਕਰਮ ਤੇ ਧਰਮ ਦੇ ਨੂੰ ਕਰਨੇ ਵੀ ਚਾਹੀਦੇ ਨੇ। ਪਰ ਕਹਿੰਦੇ ਮਨ ਮੈਂ ਧਰੈ ਗੁਮਾਨ, ਇਹ ਕਰਕੇ ਜੇ ਅੰਦਰ ਇਹ ਗੱਲ ਬਿਠਾ ਲਈ ਕਿ ਮੈਂ ਕੀਤਾ, ਮੈਂ ਗਿਆ, ਮੈਂ ਦਾਨ ਕੀਤਾ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਉਹ ਸਾਰਾ ਕੀਤਾ ਹੋਇਆ ਕਰਮ ਕਾਂਡ ਕੇਵਲ ਕਰਮ ਕਾਂਡ ਬਣ ਕੇ ਰਹਿ ਜਾਣਾ, ਕੰਮ ਕਿਸੇ ਨਹੀਂ ਆਉਣਾ। ਉਹ ਤੇ ਇਸ ਤਰ੍ਹਾਂ ਹੈ ਕਿ ਜਿਵੇਂ ਹਾਥੀ ਨੂੰ ਕਰਾਇਆ ਹੋਇਆ ਇਸ਼ਨਾਨ ਹੈ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮੈਲ ਸੱਚ ਤੋਂ ਬਿਨਾਂ ਅੰਦਰ ਲੱਗੀ ਰਹਿਣੀ ਹੈ।
ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਗੁਰਵਾਕ ਨਿਰਮਲ, ਭਾਈ ਗੁਰੂ ਦੇ ਵਾਕ ਸਦਾ ਹੀ ਨਿਰਮਲ ਨੇ। ਗੁਰਵਾਕ ਨਿਰਮਲ ਸਦਾ ਚਾਨਣ, ਇਹ ਸਦਾ ਹੀ ਚਾਨਣ ਦੇਣ ਵਾਲੇ ਨੇ। ਗੁਰੂ ਦੇ ਵਾਕ ਕੀ ਜੀ? ਇੱਕ ਸ਼ਬਦ ਆਪਾਂ ਵਰਤਨੇ ਆ, ਵਾਕ ਹੁਕਮਨਾ ਵੇਲੀ, ਕਿ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਵਾਕ ਆਇਆ, ਹੁਕਮਨਾਮਾ ਆਇਆ। ਔਰ ਵੈਸੇ ਗੁਰੂ ਸਾਹਿਬ ਦੀ ਸਾਰੀ ਬਾਣੀ ਹੀ ਗੁਰੂ ਕੇ ਸਿੱਖ ਲਈ ਹੁਕਮ ਹੈ, ਵਾਕ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦਾ ਵਾਕ ਵੀ ਉਹ ਹੈ, ਗੁਰੂ ਦੇ ਬਚਨ ਵੀ ਉਹ ਨੇ, ਕਿ ਜਿਹੜੇ ਸਦਾ ਹੀ ਸਾਨੂੰ ਅੰਦਰ ਚਾਨਣ ਦਿੰਦੇ ਨੇ, ਗਿਆਨ ਦਿੰਦੇ ਨੇ। ਔਰ ਇਹ ਚਾਨਣ ਗੁਰੂ ਤੋਂ ਬਿਨਾਂ ਮਿਲਣਾ ਨਹੀਂ। ਸਤਿਗੁਰੂ ਜੀ ਨੇ ਭਾਵੇਂ ਬੇਨਤੀ ਬਚਨ ਕਹੇ ਨੇ, ਕਿਉਂਕਿ ਸਮਾਂ ਵੀ ਹੋ ਗਿਆ, ਸ਼ਬਦ ਵੀ ਲੰਬਾ ਹੈ, ਕੇਵਲ ਅੱਖਰੀ ਅਰਥ ਕਰਕੇ ਸਮਾਪਤੀ ਕਰਨੀ ਹੈ। ਕਹਿੰਦੇ ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਗੁਰੂ ਦੇ ਸਿੱਖ ਲਈ ਇਹ ਸੱਚ ਦੇ ਵਿੱਚ ਇਸ਼ਨਾਨ ਕਰਨਾ ਹੀ ਮੱਜਣਾ, ਇਸ਼ਨਾਨ ਕਰਨਾ ਇਸ ਲਈ ਤੀਰਥ ਹੈ। ਸਾਚ ਨਾ ਲਾਗੇ ਮੈਲ ਕਿਆ ਮਲ ਧੋਈਐ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜਿਹੜਾ ਸੱਚ ਨਾਲ ਜੁੜਿਆ ਹੈ, ਸੱਚ ਨੂੰ ਤੇ ਮੈਲ ਲੱਗਦੇ ਨਹੀਂ, ਤੇ ਫਿਰ ਸਰੋਵਰਾਂ ਦੇ ਵਿੱਚ ਜਾ ਕੇ, ਨਦੀਆਂ ਦੇ ਵਿੱਚ ਜਾ ਕੇ ਟੁੱਬੀਆਂ ਲਾ ਕੇ ਧੋਣਾ ਕਿਹਨੂੰ ਹੈ? ਸੱਚ ਨੂੰ ਤੇ ਮੈਲ ਲੱਗਦੀ ਹੀ ਨਹੀਂ। ਕਹਿੰਦੇ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ। ਗੁਣ ਹੈ ਹਾਰ ਪਰੋਏ ਕਿਸ ਕੋ ਰੋਈਐ। ਜਿੰਨੇ ਪਾਸੇ ਗੁਣਾਂ ਦਾ ਹਾਰ ਆਪਣੇ ਗਲ 'ਚ ਪਾ ਲਿਆ ਨਾ, ਫਿਰ ਕਿਸ ਕੋ ਰੋਈਐ। ਫਿਰ ਉਹਨੂੰ ਕਿਸੇ ਦੇ ਅੱਗੇ ਜਾ ਕੇ ਪੁਕਾਰ ਕਰਨ ਦੀ ਲੋੜ ਨਹੀਂ, ਕਿਸੇ ਤੀਰਥਾਂ 'ਤੇ ਜਾ ਕੇ ਤਰਲੇ ਮਾਰਨ ਦੀ ਲੋੜ ਨਹੀਂ, ਕਿਉਂਕਿ ਉਹਦੇ ਕੋਲ ਗੁਣ ਨੇ, ਔਰ ਗੁਰੂ ਦੇ ਬਖਸ਼ੇ ਹੋਏ ਗੁਣ ਨੇ। ਵਿਚਾਰ ਮਾਰੈ ਤਰੈ ਤਾਰੈ, ਉਲਟ ਜੋਣ ਨਾ ਆਵੈ। ਵਿਚਾਰ ਮਾਰੇ, ਗੁਰੂ ਦੇ ਵਿਚਾਰ ਰਾਹੀਂ ਬੁਰੇ ਵਿਚਾਰ ਮਾਰੇ ਜਾਂਦੇ ਨੇ। ਤਰੈ ਤਾਰੈ, ਉਹ ਆਪ ਤਰਦਾ ਹੈ ਤੇ ਹੋਰਨਾਂ ਨੂੰ ਤਾਰਦਾ ਹੈ। ਔਰ ਨਾਲ ਕਹਿੰਦੇ ਨੇ ਉਲਟ ਜੋਣ ਨਾ ਆਵੇ। ਤੇ ਜਿਹਨੇ ਗੁਰੂ ਦੇ ਵਿਚਾਰ ਨੂੰ ਧਾਰਨ ਕਰ ਲਿਆ, ਉਹ ਦੁਬਾਰੇ ਉਲਟ ਕੇ, ਉਲਟ ਤੋਂ ਭਾਵ ਹੈ ਕਿ ਦੁਬਾਰੇ ਪਰਤ ਕੇ ਉਹ ਜੂਨਾਂ ਵਿੱਚ ਆਉਂਦਾ ਨਹੀਂ। ਆਪ ਪਾਰਸ ਪਰਮ ਧਿਆਨੀ, ਸਾਚ ਸਾਚੇ ਭਾਵੇ। ਉਹ ਰੱਬ ਪਰਮੇਸ਼ਰ ਮੇਰਾ ਗੁਰੂ ਆਪ ਪਾਰਸ ਹੈ, ਆਪ ਉਹ ਪਰਮ ਧਿਆਨੀ ਹੈ। ਔਰ ਜਿਹੜਾ ਉਹਦੇ ਵਿੱਚ ਜੁੜਦਾ ਹੈ, ਸਾਚ ਸਾਚੇ ਭਾਵੇ, ਉਹ ਸੱਚੇ ਪਰਮੇਸ਼ਰ ਨੂੰ ਸੱਚ ਪਾਉਂਦਾ। ਜਿਹੜਾ ਉਹਦੇ ਵਿੱਚ ਜੁੜਦਾ ਹੈ ਉਹ ਵੀ ਪਾਰਸ ਬਣ ਜਾਂਦਾ ਹੈ। ਆਨੰਦ ਆਣ ਦਿਨ ਹਰਕ ਸਾਚਾ, ਦੁੱਖ ਕਿਲ ਵਿਖ ਪਰ ਹਰੇ। ਜਿਹੜਾ ਸੱਚ ਦੇ ਨਾਲ ਜੁੜ ਜੇ, ਉਹਦੇ ਅੰਦਰ ਸਦਾ ਹੀ ਆਨੰਦ ਹੈ, ਉਹਦੇ ਅੰਦਰ ਸਦਾ ਹੀ ਖੁਸ਼ੀਆਂ ਨੇ। ਦੁੱਖ ਕਿਲ ਵਿਖ ਪਰ ਹਰੇ, ਉਹਨਾਂ ਦੇ ਅੰਦਰੋਂ ਦੁੱਖ ਤੇ ਪਾਪ ਦੂਰ ਹੋ ਜਾਂਦੇ ਨੇ। ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸੱਚ ਮੰਨੇ। ਜਿਨ੍ਹਾਂ ਨੇ ਸੱਚ ਨੂੰ ਮੰਨ ਲਿਆ, ਸੱਚ ਮੰਨੇ, ਜਿਨ੍ਹਾਂ ਨੇ ਸੱਚ ਨੂੰ ਮੰਨ ਲਿਆ। ਇੱਕ ਤਾਂ ਸੁਣਨਾ ਹੈ ਨਾ, ਤੁਸੀਂ ਸੁਣ ਰਹੇ ਹੋ, ਮੈਂ ਸੁਣਾ ਰਿਹਾ। ਸੁਣਨਾ ਕੁਝ ਹੋਰ ਹੈ, ਸੁਣਾਉਣਾ ਹੋਰ ਹੈ, ਪਰ ਸਭ ਤੋਂ ਵੱਖਰੀ ਗੱਲ ਹੈ ਮੰਨ ਲੈਣਾ। ਔਰ ਜਿਹਨੇ ਮੰਨ ਲਿਆ, ਉਹਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਮੰਨੇ ਕੀ ਗਤ ਕਹੀ ਨਾ ਜਾਏ। ਉਹਦੀ ਅਵਸਥਾ ਐਡੀ ਉੱਚੀ ਹੋ ਜਾਂਦੀ ਕਿ ਉਹਦੀ ਅਵਸਥਾ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਸੱਚ ਨਾਮ ਪਾਇਆ ਗੁਰ ਦਿਖਾਇਆ, ਗੁਰੂ ਨੇ ਰਾਹ ਵਿਖਾਇਆ, ਉਹ ਸੱਚੇ ਨਾਮ ਦੀ ਪ੍ਰਾਪਤੀ ਕੀਤੀ। ਮੈਲ ਨਾਹੀ ਸੱਚ ਮੰਨੇ, ਜਿਨ੍ਹਾਂ ਨੇ ਵੀ ਮੰਨਿਆ ਉਹਨਾਂ ਦੇ ਮੈਲ ਅੰਦਰ ਮਨ ਨੂੰ ਕਦੇ ਲੱਗਦੀ ਨਹੀਂ। ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਹੁਣ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਪੂਰਾ ਨਹਾਉਣਾ ਕੀ ਹੈ। ਇੱਕ ਤੇ ਪਾਣੀ ਨਾਲ ਨਹਾਉਣਾ, ਕਿਤੇ ਜਾ ਕੇ ਨਹਾਉਣਾ, ਇਹ ਤੇ ਅਧੂਰਾ ਹੈ, ਪਰ ਪੂਰਾ ਨਹਾਉਣਾ ਕੀ ਹੈ? ਕਹਿੰਦੇ ਸੰਗਤ ਮੀਤ ਮਿਲਾਪ, ਗੁਰਮੁਖ ਜਨਾਂ ਦੀ ਸੰਗਤ, ਗੁਰੂ ਦੀ ਸੰਗਤ, ਇਹਦੇ ਵਿੱਚ ਮਿਲਾਪ ਹੋ ਜਾਣਾ, ਇਹਦੇ ਵਿੱਚ ਮਿਲ ਜਾਣਾ, ਇਹ ਪੂਰਾ ਨਹਾਉਣਾ ਹੈ। ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ। ਤੇ ਨਹਾਉਣਾ ਕਿਵੇਂ ਹੈ? ਉਹ ਜਿਹੜਾ ਗਾਵੇ ਗਾਵਣ ਹਾਰ, ਜਿਹੜਾ ਗਾਉਣ ਦੇ ਯੋਗ ਹੈ, ਜਿਹਨੂੰ ਗਾਉਣਾ ਚਾਹੀਦਾ, ਜਿਹੜੇ ਰੱਬ ਨੂੰ, ਪਰਮੇਸ਼ਰ ਨੂੰ, ਕਹਿੰਦੇ ਸੰਗਤ ਵਿੱਚ ਬੈਠ ਕੇ ਉਹਨੂੰ ਗਾਵੇ ਸ਼ਬਦ ਸੁਹਾਵਣੋ। ਤੇ ਜਿਹੜਾ ਫਿਰ ਗਾਉਂਦਾ ਪ੍ਰੇਮ ਨਾਲ, ਉਹਨੂੰ ਗੁਰੂ ਦਾ ਸ਼ਬਦ ਸੁਹਾਵਣੋ। ਸ਼ਬਦ ਉਹਨੂੰ ਸੁਹਾਵਣਾ ਬਣਾਉਂਦਾ, ਉਹਦੇ ਜੀਵਨ ਨੂੰ ਸੋਹਣਾ ਬਣਾਉਂਦਾ ਹੈ।
ਸਲਾਹੇ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ। ਸਲਾਹੇ ਸਾਚੇ, ਉਹ ਸੱਚੇ ਰੱਬ ਦੀ ਸਿਫਤ ਕਰਨੀ ਚਾਹੀਦੀ ਹੈ। ਕਿਵੇਂ? ਮਨ ਸਤਿਗੁਰੂ, ਹੁਣ ਇੱਥੇ ਮੰਮੇ ਨੂੰ ਟਿੱਪੀ ਹੈ, ਨੰਨੇ ਨੂੰ ਸਿਆਰੀ ਹੈ। ਮਨ ਸਤਿਗੁਰੂ, ਸਤਿਗੁਰੂ ਨੂੰ ਮੰਨ ਕੇ ਉਹ ਸੱਚੇ ਦੀ ਸਿਫਤ ਕਰਨੀ ਚਾਹੀਦੀ ਹੈ। ਦੇਖੋ ਸਾਡੀ ਹਾਲਤ ਬਿਲਕੁਲ ਉਲਟੀ, ਮੰਨਣਾ ਕੁਝ ਹੋਰ ਹੈ ਪਰ ਕਹਿਣਾ ਕੁਝ ਹੋਰ ਹੈ। ਕਹਿੰਦੇ ਅਸੀਂ ਸਾਰੇ ਹੀ ਹਾਂ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ, ਇਹ ਤੇ ਸਾਰੇ ਕਹਿੰਦੇ ਆ। ਪਰ ਜਦੋਂ ਵਿਚਾਰ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਮੰਨਣੇ ਹੈ, ਤੇ ਕੀ ਗੁਰੂ ਦੀ ਮੰਨਣੇ ਆ ਕਿ ਨਹੀਂ? ਕਹਾਣੀ ਤੇ ਇੱਥੇ ਨਿਬੜਨੀ ਕਿ ਗੁਰੂ ਦੀ ਗੱਲ ਨੂੰ ਮੰਨਣੇ ਆ ਕਿ ਨਹੀਂ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਕੇ, ਮਨ ਸਤਿਗੁਰੂ, ਸਲਾਹੇ ਸਾਚੇ ਸੱਚੇ ਰੱਬ ਦੀ ਸਿਫਤ ਸਲਾਹ ਕੀਤੀ, ਤੇ ਫਿਰ ਅੰਦਰ ਗੁਰੂ ਤਬਦੀਲੀ ਕੀ ਕਰਦਾ? ਕਹਿੰਦੇ ਪੁੰਨ ਦਾਨ ਦਇਆ ਮਤੇ। ਉਹਨਾਂ ਦਾ ਹਿਰਦਾ, ਉਹਨਾਂ ਦੇ ਅੰਦਰ ਹਿਰਦਾ ਜਿਹੜਾ ਹੈ ਪੁੰਨ ਦਾਨ ਵਾਲਾ ਬਣ ਜਾਂਦਾ ਹੈ। ਉਹਨਾਂ ਦੇ ਅੰਦਰ ਦਇਆ ਆ ਜਾਂਦੀ ਹੈ। ਇਹ ਮੱਤ ਉਹਨਾਂ ਦੀ ਗੁਰੂ ਬਦਲਦਾ ਹੈ। ਪਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾ ਸੰਗਮ ਸਤ ਸਤੇ। ਪਿਰ ਦਾ ਅਰਥ ਅਖਰੀ ਅਰਥ ਪਤੀ, ਭਾਵ ਅਰਥ ਪਰਿਪੂਰਨ ਪਰਮਾਤਮਾ ਪਤੀ। ਪਿਰ ਸੰਗ ਭਾਵੈ ਸਹਿਜ ਨਾਵੈ, ਜਦੋਂ ਹਰ ਇੱਕ ਸਮੇਂ ਹਰ ਪਲ ਦੇ ਵਿੱਚ ਉਹਨੂੰ ਆਪਣੇ ਹਾਜ਼ਰ ਨਾਜ਼ਰ ਜਾਣੇ, ਨਾਲ ਜਾਣੇ, ਤੇ ਰੱਬ ਨੂੰ ਵੀ ਪਾਉਂਦਾ, ਚੰਗਾ ਲੱਗਦਾ ਹੈ। ਅਸਲ ਵਿੱਚ ਕਹਿੰਦੇ ਸਹਿਜ ਨਾਵੈ, ਤੇ ਉਦੋਂ ਸਹਿਜ ਵਿੱਚ ਟਿਕ ਕੇ ਨਹਾਉਣਾ ਗੁਰੂ ਕੇ ਸਿੱਖ ਲਈ ਇਹੀ ਹੀ ਉਹ ਤ੍ਰਿਵੇਣੀ ਹੈ, ਜਿਹਨੂੰ ਲੋਕ ਮੰਨਦੇ ਨੇ ਕਿ ਗੰਗਾ ਜਮਨਾ ਸਰਸਵਤੀ ਇੱਕ ਥਾਂ 'ਤੇ ਇਕੱਠੀਆਂ ਹੋਣ 'ਤੇ ਤ੍ਰਿਵੇਣੀ ਕਹਿੰਦੇ ਨੇ। ਕਹਿੰਦੇ ਬੇਣੀ ਤਾਂ ਸੰਗਮ ਸਤ ਸਤੇ, ਗੁਰੂ ਦੇ ਸਿੱਖ ਲਈ ਉਹੀ ਹੀ ਤ੍ਰਿਵੇਣੀ ਹੈ। ਜਦੋਂ ਸਹਿਜ ਵਿੱਚ ਟਿਕ ਕੇ ਉਹਦੇ ਗੁਣਾਂ ਨੂੰ ਗਾ ਲਿਆ। ਅਰਾਧ ਏਕ ਓਂਕਾਰ ਸਾਚਾ, ਨਿਤ ਦੇ ਚੜ੍ਹੇ ਸਵਾਇਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਈ ਉਸ ਏਕ ਓਂਕਾਰ ਨੂੰ ਅਰਾਧ, ਤੇ ਜਿਨ੍ਹਾਂ ਨੇ ਆਰਾਧਨਾ ਕੀਤੀ, ਨਿਤ ਦੇ ਚੜ੍ਹੇ ਸਵਾਇਆ। ਕਿਉਂਕਿ ਉਹਦੀ ਆਰਾਧਨਾ ਕਰਕੇ ਗੁਣਾਂ ਨੂੰ ਗਾ ਕੇ ਗੁਣ ਘਟਨੇ ਨਹੀਂ, ਸਗੋਂ ਨਿਤ ਦੇ ਚੜ੍ਹੇ ਸਵਾਇਆ। ਉਹ ਤੇ ਦਿਨ ਪ੍ਰਤੀ ਦਿਨ ਹੋਰ ਦੁੱਗਣੇ ਹੁੰਦੇ ਜਾਣੇ ਨੇ। ਗਤ ਸੰਗ ਮੀਤਾ ਸੰਤ ਸੰਗਤ, ਨਦਰ ਕਰ ਨਦਰ ਮੇਲ ਮਿਲਾਇਆ। ਕਹਿੰਦੇ ਜਦੋਂ ਗੁਰੂ ਨੇ ਨਦਰ ਕੀਤੀ, ਕਿਰਪਾ ਦੀ ਨਦਰ ਕੀਤੀ, ਸੰਗਤ ਵਿੱਚ ਮਿਲਾਇਆ, ਤੇ ਫਿਰ ਗਤ ਸੰਗ ਮੀਤਾ ਸਤ ਸੰਗਤ, ਕਿ ਉਸ ਗੁਰੂ ਸਿੱਖ ਦੇ, ਗੁਰੂ ਮਿੱਤਰ ਦੀ ਸੰਗਤ ਕਰਕੇ ਅੰਦਰ ਦੀ ਗਤ ਅਵਸਥਾ ਏਡੀ ਉੱਚੀ ਹੋ ਗਈ ਕਿ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਉਹ ਕਹਿਣ ਤੋਂ ਬਾਹਰ ਹੈ। ਕਹਿਣ ਕਹੈ ਸਭ ਕੋਏ ਕਿ ਵੜੇ ਆਖੀਐ। ਰੱਬ ਨੂੰ ਹਰ ਕੋਈ ਕਹਿੰਦਾ ਕਿ ਵੱਡਾ ਹੈ, ਕੋਈ ਕਹਿੰਦਾ ਬਹੁਤ ਵੱਡਾ ਹੈ, ਪਰ ਕਹਿਣ ਲੱਗੇ ਕੇਵੜ ਆਖੀਐ, ਕਿੱਡਾ ਕੁ ਵੱਡਾ ਹੈ। ਇਹ ਪੂਰੀ ਸ੍ਰਿਸ਼ਟੀ ਕਹਿ ਰਹੀ ਹੈ, ਪਰ ਮਿਲ ਕੇ ਵੀ ਕਹਿਣ ਕਿੱਡਾ ਕੁ ਵੱਡਾ ਹੈ, ਇਹ ਕਿਹਾ ਹੀ ਨਹੀਂ ਜਾ ਸਕਦਾ। ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭਈ ਹਉ ਮੂਰਖ ਨੀਚ ਅਜਾਣ। ਇਹ ਬਚਨ ਸਾਡੇ ਲਈ ਨੇ, ਸਭ ਲਈ, ਆਪੋ ਆਪਣੇ ਲਈ ਨੇ, ਕਿ ਮੈਂ ਤੇ ਮੂਰਖ ਹਾਂ, ਨੀਚ ਹਾਂ, ਅਣਜਾਣ ਹਾਂ। ਪਰ ਸਮਝਾ ਸਾਖੀਏ, ਸਾਖੀਏ ਦਾ ਭਾਵ ਅਰਥ ਹੁੰਦਾ ਹੈ ਸਿੱਖਿਆ। ਜਦੋਂ ਸਤਿਗੁਰੂ ਜੀ ਤੁਸੀਂ ਸਿੱਖਿਆ ਦਿਓ ਤਾਂ ਫਿਰ ਮਨ ਸਮਝਦਾ ਹੈ। ਸੱਚ ਗੁਰ ਕੇ ਸਾਖੀ ਅੰਮ੍ਰਿਤ ਭਾਖੇ, ਤਿਤ ਮਨ ਮਾਨਿਆ ਮੇਰਾ। ਕਿਉਂਕਿ ਗੁਰ ਕੇ ਸਾਖੀ, ਗੁਰੂ ਦੀ ਸਿੱਖਿਆ ਹਮੇਸ਼ਾ ਸੱਚੀ ਸਦਾ ਸਥਿਰ ਰਹਿਣ ਵਾਲੀ ਹੈ, ਔਰ ਉਸ ਗੁਰੂ ਦੀ ਸਿੱਖਿਆ ਨਾਲ ਮੇਰਾ ਮਨ ਮੰਨ ਗਿਆ ਹੈ। ਕੂਚ ਕਰੇ ਆਵੇਂ ਬਿਖਲਾਦੇ, ਸ਼ਬਦ ਸੱਚੇ ਗੁਰ ਮੇਰਾ। ਕੂਚ ਕਰੇ ਆਵੇਂ ਬਿਖਲਾਦੇ, ਜ਼ਹਿਰ ਦੇ ਨਾਲ ਲੱਦੇ ਹੋਏ ਜੀਵ ਹੁੰਦੇ ਨੇ, ਔਰ ਜ਼ਹਿਰ ਦੀਆਂ ਪੰਡਾਂ ਲੈ ਕੇ ਸੰਸਾਰ ਤੋਂ ਕੂਚ ਕਰ ਜਾਂਦੇ ਨੇ। ਕੂਚ ਕਰੇ ਆਵੇਂ ਬਿਖਲਾਦੇ, ਪਰ ਇਹ ਜ਼ਹਿਰ ਦੀਆਂ ਪੰਡਾਂ ਉਤਰਨ ਕਿਵੇਂ, ਇਹ ਭਾਰ ਸਿਰ ਤੋਂ ਲੱਥੇ ਕਿਵੇਂ? ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸ਼ਬਦ ਸੱਚਾ ਗੁਰ ਮੇਰਾ। ਮੇਰੇ ਪੂਰੇ ਗੁਰੂ ਦੇ ਸ਼ਬਦ ਨਾਲ ਇਹ ਜ਼ਹਿਰ ਦਾ ਭਾਰ ਉਤੋਂ ਲਾ ਸਕਦਾ ਹੈ।
ਆਖਣ ਤੋਟ ਨਾ ਭਗਤ ਭੰਡਾਰੇ, ਭਰਪੂਰ ਰਹਿਆ ਸੋਈ। ਕਹਿੰਦੇ ਉਹਦੇ ਭਗਤੀ ਦੇ ਗੁਣ ਕਹਿ ਕਹਿ ਕੇ ਟੋਟਾ ਨਹੀਂ ਹੁੰਦਾ। ਆਖਣ ਤੋਟ ਨਾ ਭਗਤ ਭੰਡਾਰੇ, ਕਿਉਂਕਿ ਭਗਤੀ ਦੇ ਭੰਡਾਰ ਭਰੇ ਪਏ ਨੇ। ਔਰ ਭਰਪੂਰ ਰਹਿਆ ਸੋਈ, ਜਦੋਂ ਉਹਦੇ ਗੁਣਾਂ ਨੂੰ ਗਾਈਏ ਸਮਝ ਆਵੇ, ਮਨ ਜੇ ਫਿਰ ਸਮਝ ਲੱਗਦੀ ਕਿ ਸਾਰਿਆਂ ਵਿੱਚੋਂ ਸਮਾਇਆ ਹੋਇਆ ਹੈ। ਨਾਨਕ ਸਾਚ ਕਹੈ ਬੇਨੰਤੇ, ਮਨ ਮਾਂਜੈ ਸੱਚ ਸੋਈ। ਔਰ ਅਖੀਰ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਸਿੱਖੋ, ਇਹ ਹੁਕਮ ਨਹੀਂ, ਮੈਂ ਤੁਹਾਨੂੰ ਬੇਨਤੀ ਕਰਕੇ ਕਹਿ ਰਿਹਾ ਹਾਂ। ਹੁਣ ਸਤਿਗੁਰੂ ਜੀ ਦੀ ਨਿਮਰਤਾ ਹੈ ਨਾ, ਸਾਡੇ ਲਈ ਤੇ ਹੁਕਮ ਹੀ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਹੁਕਮ ਨਹੀਂ, ਮੇਰੀ ਬੇਨਤੀ ਹੈ ਕਿ ਨਾਨਕ ਸਾਚ ਕਹੈ ਬੇਨੰਤੀ। ਤੇ ਬੇਨਤੀ ਕੀ ਹੈ ਜੀ? ਕਹਿੰਦੇ ਮਨ ਮਾਂਜੈ ਸੱਚ ਸੋਈ। ਭਈ ਅਸਲ ਵਿੱਚ ਸੱਚੇ ਦੇ ਨਾਲ ਜੁੜ ਉਹ ਹੀ ਸਕਦਾ ਜਿਹੜੇ ਆਪਣੇ ਮਨ ਨੂੰ ਮਾਂਜ ਲੈਣ। ਜਿਵੇਂ ਭਾਂਡੇ ਨੂੰ ਮਾਂਜੀਦਾ ਹੈ ਨਾ, ਬਸ ਜੇ ਗੁਰੂ 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 ਜਪਣਾ ਹੈ, ਜਪੀ ਜਾਣਾ ਹੈ, ਤੇ ਇਹ ਅੰਦਰ ਦੇ ਭਾਂਡੇ ਨੂੰ ਮਾਂਜਣਾ ਹੈ। ਤੇ ਜਿੱਦਣ ਇਹ ਮਾਂਜਿਆ ਗਿਆ, ਜਿੱਦਣ ਇਹ ਸਾਫ਼ ਹੋ ਗਿਆ। ਔਰ ਦੇਖੋ ਫਿਰ ਬੇਨਤੀ ਕਰਦੇ, ਗੱਲ ਬਿਲਕੁਲ ਸਾਡੀ ਉਲਟੀ ਹੈ। ਬੀਬੀਆਂ ਜਾਣਦੀਆਂ ਨੇ ਕਿ ਚਲੋ ਅੱਜ ਕੱਲ੍ਹ ਤੇ ਗੈਸ 'ਤੇ ਦੁੱਧ ਗਰਮ ਕੀਤਾ ਜਾਂਦਾ, ਪਹਿਲਾਂ ਚੁੱਲ੍ਹੇ 'ਤੇ ਕੀਤਾ ਜਾਂਦਾ ਸੀ। ਕਿ ਅੰਦਰਲਾ ਭਾਂਡਾ ਜਿਹੜਾ ਉਹਨੂੰ ਮਾਂਜ ਕੇ ਪੂਰੀ ਤਰ੍ਹਾਂ ਸਾਫ਼ ਕਰਨਾ, ਕਿ ਅੰਦਰ ਨਾ ਕੁਛ ਲੱਗਿਆ ਰਹਿ ਜੇ। ਅੱਜ ਵੀ ਇਸੇ ਤਰ੍ਹਾਂ ਹੀ ਹੈ ਕਿ ਜੇ ਬਾਹਰੋਂ ਵੀ ਚਲੋ ਸਾਫ਼ ਤੇ ਕਰਨਾ ਹੈ, ਪਰ ਬੀਬੀਆਂ ਜਾਣਦੇ ਕੋਈ ਨਹੀਂ, ਜੇ ਥੋੜ੍ਹੀ ਬਹੁਤੀ ਕਾਲਖ ਲੱਗੀ ਵੀ ਰਹਿ ਜਾਏਗੀ, ਜਾਣਾ ਫਿਰ ਵੀ ਚੁੱਲ੍ਹੇ 'ਤੇ ਰੱਖਿਆ ਜਾਣਾ ਹੈ, ਬਾਹਰੋਂ ਤਾਂ ਫਿਰ ਵੀ ਗੰਦਾ ਹੋਣਾ ਹੈ। ਪਰ ਅਸੀਂ ਬਾਹਰੋਂ ਤੇ ਕੂਚਾ ਬੜਾ ਫੇਰਿਆ, ਧਰਮ ਦੇ ਕੱਪੜੇ ਵੀ ਬੜੇ ਸੋਹਣੇ ਪਾਏ, ਅੰਦਰਲਾ ਸਾਫ਼ ਹੀ ਨਹੀਂ ਕੀਤਾ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਮਾਂਜੈ ਸੱਚ ਸੋਏ, ਵੀ ਅੰਦਰ ਨੂੰ ਮਾਂਜੀਏ ਚੰਗੀ ਤਰ੍ਹਾਂ, ਅੰਦਰ ਸੱਚ ਟਿਕਣਾ ਤਾਂ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਨੂੰ ਕਰੀਏ ਪਵਿੱਤਰ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ